दोस्तों सत श्री अकाल, नमस्ते, सलाम, आदाब। अज असी मेरी लिखी कहानी सवासां दे सफ़र दा 6वां भाग सुनांगे। सवासां दे सफ़र कहानी दा 6वां भाग सुनांगे अज असी। सो ये कहानी बहुत ही दर्द वाली है। जद मैं ये कहानी लिखी सी, सुनी सी, ये जो कहानी है, इस कहानी दे सारे पात्रां दे नाम प्रेजेंट दे सारे काल्पनिक ਹਨ, पर असल विच ये कहानी सच्ची है। सच्ची वापरी हुई एक घटना, उस दे आधारित दे उपर एक कहानी नूं पात्रां दे नाम चेंज करके, थावां दे नाम चेंज करके लिखिया। इस कहानी दे असली दो परिवारां दे विचों एक पुराने बजुर्ग कोलों ये कहानी जद मैं सुनी सी, मैं उदों भी बहुत रोया सी। जदों मैं ये कहानी लिखी सी, उदों भी मैं बहुत रोया सी। ते जदों हुण इस कहानी नूं मैं रिकॉर्डिंग कर रहा, हुण भी पढ़द्या पढ़द्या सुणाउंद्या सुणाउंद्या गल भर आउंदा, बोलिया नहीं जाता। पिछले आपां 6वें पार्ट दे विच असीं जो सुनिया, ਉਹਦੇ ਵਿੱਚ ਵਾਰ-ਵਾਰ ਬੋਲਣ ਲੱਗਿਆ ਮੇਰਾ ਗਲਾ ਬੰਦ ਹੋ ਜਾਂਦਾ, ਅੱਖਾਂ 'ਚੋਂ ਪਾਣੀ ਵਗਣ ਲੱਗ ਜਾਂਦਾ। ਇੰਨਾ ਦਰਦ ਹੈ ਇਸ ਕਹਾਣੀ ਦੇ ਵਿੱਚ। ਮਾਂ ਦਾ ਪਿਆਰ, ਬਾਪ ਦਾ ਪਿਆਰ, ਧੀ ਦਾ ਪਿਆਰ, ਪਤੀ ਦਾ ਪਿਆਰ, पत्नी का प्यार, इस कहानी के इन्हां पार्टां दे विचों डुल डुल पैंदा है। बंदे नूं रोण वास्ते बेवश करदा है। असीं जो 6वें पार्ट दे विच सुनिया कि जुगनी चंगे पुरुष के कोल रह के, गुरसिख परिवार दे विच रह के एक परियां वर्गी सीरत सूरत वाली बन गई। अपने माँ बाप दे कोल घर आ गई। सरदार सहोता साहब हुण उन्हां दे घर गए, उसदे सहुरिਆਂ दे घर गए, उन्हां नूं मनाया, दुबारा फिर जुगनू नूं उसदे वसेबे वास्ते, उसदे सहुरे घर लियाउण वास्ते। सो हुण इस तो अगे आपां अज इस कहानी का 7वां पार्ट सुणदे आ। जुगनू दे पिंड आके दार जी ने, जुगनू दे पिंड आके दार जी ने सब परिवार नूं अगले ऐतवार वास्ते जुगनू नूं तोरन दीआं तैयारियां करन लई कहा। जुगनू नूं सहुरे घर तोरन वास्ते अगले ऐतवार तैयारियां करन लई कहा। रात का खाना खा के सरदार जी वापस चंडीगढ़ नूं चल पए। उन्हां ने तुरन लग्गिआं जुगनू नूं बहुत प्यार दिता ਅਤੇ जुगनू अपने रब वर्गे पिता का जफ्फी पा के शुकराना कर रही सी। जुगनू अपने रब वर्गे पिता का
ਜੱਫੀ ਪਾ ਕੇ ਸ਼ੁਕਰਾਨਾ ਕਰ ਰਹੀ ਸੀ। ਜੋ ਕੰਮ ਕਿਸੇ ਕੋਲੋਂ ਸਾਲਾਂ ਵਿੱਚ ਨਹੀਂ ਹੋ ਸਕਦਾ ਸੀ, ਉਹ ਕੰਮ ਸਰਦਾਰ ਜੀ ਇੱਕ ਪਲ ਵਿੱਚ ਕਰ ਦਿੰਦੇ ਸਨ। ਵਾਹਿਗੁਰੂ ਨੇ ਉਹਨਾਂ ਨੂੰ ਐਸੀ ਸ਼ਖਸੀਅਤ ਦੇ ਮਾਲਕ ਬਣਾਇਆ ਸੀ ਕਿ ਹਰ ਕੰਮ ਪਲਾਂ ਵਿੱਚ ਹੋ ਜਾਂਦਾ ਸੀ। ਸਰਦਾਰ ਜੀ ਨੂੰ ਵੀ ਲੱਗਦਾ ਸੀ ਕਿ ਅੱਜ ਉਹਨਾਂ ਨੇ ਆਪਣੇ ਰੱਬ ਨੂੰ ਬਹੁਤ ਜ਼ਿਆਦਾ ਖੁਸ਼ ਕਰ ਲਿਆ। ਦੂਜੇ ਦਿਨ ਦੀ ਸਵੇਰ ਹੁੰਦਿਆਂ ਹੀ ਜੁਗਨੂ ਦੇ ਕਮਰੇ ਦੀ ਸਫਾਈ ਹੋਣ ਲੱਗੀ। ਬੈੱਡ ਬਾਹਰ ਕੱਢ ਦਿੱਤਾ ਅਤੇ ਫਰਸ਼ ਸਾਫ਼ ਕਰਕੇ ਪੂਰੇ ਕਮਰੇ ਵਿੱਚ ਸਫੇਦ ਰੰਗ ਦੀ ਵਿਛਾਈ ਕੀਤੀ ਗਈ, ਚਿੱਟੇ ਰੰਗ ਦੀ ਵਿਛਾਈ ਕੀਤੀ ਗਈ। ਚੰਗਾ ਸੋਹਣਾ ਗੱਦਾ ਲਾ ਕੇ ਉੱਤੇ ਚਿੱਟੀ ਚਾਦਰ ਵਿਛਾਈ ਗਈ। ਚਿੱਟੀ ਵਿਛਾਈ ਕਰਨ ਨਾਲ ਕਮਰਾ ਸੋਹਣਾ ਅਤੇ ਸ਼ਾਂਤ ਲੱਗਦਾ ਸੀ। ਜੁਗਨੂ ਕਿਸੇ ਨਾਲ ਬੋਲਦੀ ਨਹੀਂ ਸੀ, ਕੋਈ ਬੁਲਾਉਂਦਾ ਸੀ ਤਾਂ ਥੋੜ੍ਹਾ ਬੋਲਦੀ ਸੀ। ਉਹ ਸਿਮਰਨ ਵਿੱਚ ਮਸਤ ਰਹਿੰਦੀ ਸੀ। ਦਿਨ ਚੜ੍ਹਦਿਆਂ ਹੀ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਜੁਗਨੂ ਅਮਰੀਕਾ ਤੋਂ ਵਾਪਸ ਆ ਗਈ ਹੈ, ਕਿਉਂਕਿ ਲੋਕ ਲੱਜਾ ਰੱਖਣ ਵਾਸਤੇ ਇਹ ਖਬਰ ਘਰਦਿਆਂ ਵੱਲੋਂ ਹੀ ਪਿੰਡ ਵਿੱਚ ਫੈਲਾਈ ਗਈ ਸੀ ਕਿ ਜੁਗਨੂ ਨੂੰ ਉਸ ਦਾ ਮਾਮਾ ਅਮਰੀਕਾ ਲੈ ਗਿਆ। ਪਿੰਡ ਦੀਆਂ ਔਰਤਾਂ ਅਤੇ ਹੋਰ ਲੋਕ ਅਮਰੀਕਾ ਦੀਆਂ ਖਬਰਾਂ ਸੁਣਨ ਵਾਸਤੇ ਜੁਗਨੂ ਕੋਲ ਆਉਂਦੇ ਤਾਂ ਅੱਗੋਂ ਉਹਨਾਂ ਨੂੰ ਨਮੋਸ਼ੀ ਜੀ ਹੱਥ ਆਉਂਦੀ ਹੈ। ਲੋਕ ਸੋਚਦੇ ਸਨ ਕਿ ਜੁਗਨੂ ਅਮਰੀਕਾ ਤੋਂ ਆਈ ਹੈ, ਬੜੀ ਫੈਸ਼ਨ ਵਾਲੀ ਹੋਵੇਗੀ, ਉਹ ਤਾਂ ਪਹਿਲਾਂ ਹੀ ਬਹੁਤ ਸੋਹਣੀ ਸੀ, ਹੁਣ ਤਾਂ ਬਿਲਕੁਲ ਗੋਰੀ ਮੇਮ ਲੱਗਦੀ ਹੋਵੇਗੀ, ਤਰ੍ਹਾਂ ਦੀਆਂ ਗੱਲਾਂ ਸੁਣਾਏਗੀ। ਪਰ ਉਹ ਤਾਂ ਚਿੱਟੇ ਕੱਪੜੇ ਪਾ ਕੇ ਬੈਠੀ ਸੀ ਅਤੇ ਹੱਥ ਵਿੱਚ ਮਾਲਾ ਫੜੀ ਹੋਈ ਸੀ। ਪਿੰਡ ਦੀਆਂ ਔਰਤਾਂ ਜੁਗਨੂ ਨੂੰ ਦੇਖ ਕੇ ਮੂੰਹ ਜਿਹਾ ਵੱਟਦੀਆਂ ਅਤੇ ਨਖਰੇ ਜੇ ਨਾਲ ਕਹਿੰਦੀਆਂ, ਜਿਹੜਾ ਵੀ ਕੈਨੇਡਾ ਅਮਰੀਕੇ ਚਲਾ ਜਾਂਦਾ ਹੈ ਉਹੀ ਬਾਬਾ ਜਿਹਾ ਬਣ ਜਾਂਦਾ। ਬੰਦੇ ਦਾੜੀਆਂ ਰੱਖ ਲੈਂਦੇ ਆ ਤੇ ਬੀਬੀਆਂ ਪੱਗਾਂ ਬੰਨ੍ਹ ਲੈਂਦੀਆਂ। ਪਤਾ ਨਹੀਂ ਦੁਨੀਆ ਨੂੰ ਕੀ ਹੋ ਗਿਆ। ਜੁਗਨੂ ਹਰ ਵੇਲੇ ਸਿਮਰਨ ਦੇ ਵਿੱਚ ਰਹਿੰਦੀ, ਵਾਹਿਗੁਰੂ ਦੇ ਸਿਮਰਨ ਧਿਆਨ ਦੇ ਵਿੱਚ ਰਹਿੰਦੀ ਹੈ ਅਤੇ ਪਿਆਰੇ ਵਾਹਿਗੁਰੂ ਦੇ ਪਿਆਰ ਵਿੱਚ ਨਿਰਭਾਉਂਦੀ ਰਹਿੰਦੀ। ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਦੀ ਸੀ, ਬਸ ਖਾਣਾ ਖਾਣ ਵਾਸਤੇ ਆਉਂਦੀ ਅਤੇ ਓਨੇ ਸਮੇਂ ਵਿੱਚ ਹੀ ਮਾਂ ਅਤੇ ਪਿਤਾ ਜੀ ਨਾਲ ਗੱਲਬਾਤ ਕਰ ਲੈਂਦੀ ਸੀ। ਹੁਣ ਉਸ ਦਾ ਦਿਲ ਇਸ ਫਾਨੀ ਦੁਨੀਆ ਵਿੱਚ ਵੀ ਰਹਿਣ ਨੂੰ ਨਹੀਂ ਕਰਦਾ ਸੀ। ਬਸ ਉਸ ਦੇ ਦਿਲ ਵਿੱਚ ਇੱਕ ਵਾਰ ਜੁੱਗੀ ਨੂੰ ਮਿਲਣ ਦੀ ਆਸ਼ਾ ਸੀ ਕਿ ਮੈਂ ਉਸ ਦੇ ਸਾਹਮਣੇ ਬੈਠ ਕੇ ਇੱਕ ਵਾਰ ਆਪਣੇ ਗੁਨਾਹਾਂ ਦੀ ਮਾਫੀ ਮੰਗ ਸਕਾਂ ਅਤੇ ਆਖਾਂ, ਹੇ ਮੇਰੇ ਪਿਆਰੇ ਪ੍ਰੀਤਮ ਜੁੱਗੀ, ਮੈਂ ਤੇਰਾ ਅਤੇ ਤੇਰੇ ਪਿਆਰ ਦਾ ਬਹੁਤ ਅਪਮਾਨ ਕੀਤਾ ਹੈ। ਤੇਰਾ ਬਹੁਤ ਨਿਰਾਦਰ ਕੀਤਾ ਹੈ। ਤੈਨੂੰ ਮੈਂ ਬਹੁਤ ਤੜਪਾਇਆ। ਮੈਂ ਤੇਰੇ ਪਿਆਰ ਦੀ ਕਦਰ ਨਹੀਂ ਕੀਤੀ। ਮੇਰੇ ਗੁਨਾਹ ਬਖਸ਼ਣਯੋਗ ਤਾਂ ਨਹੀਂ ਹਨ, ਮੇਰੇ ਗੁਨਾਹ ਬਖਸ਼ਣਯੋਗ ਤਾਂ
ਮੇਰੇ ਗੁਨਾਹ ਬਖਸ਼ਣਯੋਗ ਤਾਂ ਨਹੀਂ ਹਨ, ਮੈਂ ਤੇਰੀ ਗੁਨਾਹਗਾਰ ਹਾਂ। ਜੀ ਕਰਦਾ ਹੈ ਤਾਂ ਬਖਸ਼ ਦਿਓ, ਨਹੀਂ ਤਾਂ ਮੈਨੂੰ ਪਾਪਾਂ ਦੀ ਪੰਡ ਲੈ ਕੇ ਅੱਗੇ ਜਾਣ ਦਿਓ। ਉਧਰ ਜੁਗੀ ਵੀ ਇਹੋ ਹੀ ਬੇਨਤੀਆਂ ਕਰਦਾ ਸੀ ਕਿ ਹੇ ਵਾਹਿਗੁਰੂ, ਤੇਰੀ ਲੀਲਾ ਅਪਰੰਪਾਰ ਹੈ, ਤੂੰ ਕਿਸੇ ਨੂੰ ਅਧੂਰਾ ਨਹੀਂ ਰਹਿਣ ਦਿੰਦਾ। ਤੂੰ ਮੈਨੂੰ ਮੇਰਾ ਪਿਆਰ ਮਿਲਾ ਦੇਣ ਲੱਗਿਆ ਹੈ। ਸ਼ਾਇਦ ਮੇਰੀ ਜ਼ਿੰਦਗੀ ਦੇ ਪਲ ਇਸ ਸਮੇਂ ਨੂੰ ਹੀ ਉਡੀਕਦੇ ਸਨ। ਉਹ ਸਮਾਂ ਕੈਸਾ ਹੋਵੇਗਾ ਜਦ ਮੈਂ ਆਪਣੀ ਜੁਗਨੂ ਨੂੰ ਮਿਲਾਂਗਾ। ਹੇ ਮੇਰਿਆਂ ਦਿਆ ਸਾਈਆਂ, ਉਹ ਮਿਲਣ ਦਾ ਸਮਾਂ ਉੱਥੇ ਹੀ ਰੋਕ ਦੇਈਂ। ਉਹ ਮਿਲਣ ਦਾ ਸਮਾਂ ਉੱਥੇ ਹੀ ਰੋਕ ਦੇਈਂ। ਗਿਣਤੀ ਦੇ 8 ਦਿਨ ਪਲਾਂ ਵਿੱਚ ਲੰਘ ਗਏ। ਸਰਦਾਰ ਜੀ ਦਿਨ ਚੜ੍ਹਦੇ ਨਾਲ ਹੀ ਜੁੱਗੀ ਦੇ ਪਿੰਡ ਆ ਪਹੁੰਚੇ। ਅੱਜ ਉਹਨਾਂ ਨਾਲ ਪੁਲਿਸ ਦਾ ਕੋਈ ਵੀ ਆਦਮੀ ਨਹੀਂ ਸੀ, ਬਸ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਬੇਟੀ ਨਾਲ ਸਨ। ਇੱਕ ਉਹਨਾਂ ਦਾ ਨੇਪਾਲੀ ਰਸੋਈਆ ਨਾਲ ਸੀ। ਜੁੱਗੀ ਦਾ ਮਾਮਾ ਸਰਦਾਰ ਜੀ ਨੂੰ ਜੱਫੀ ਪਾ ਕੇ ਮਿਲਿਆ ਤੇ ਕਿਹਾ ਕਿ ਸਰਦਾਰ ਜੀ, ਤੁਹਾਡਾ ਨਾਮ ਹੀ ਸੁਣਿਆ ਸੀ। ਕਦੀ ਸੋਚਿਆ ਨਹੀਂ ਸੀ ਕਿ ਮੈਂ ਵੀ ਕਦੀ ਤੁਹਾਨੂੰ ਜੱਫੀ ਪਾ ਕੇ ਇੱਕ ਰਿਸ਼ਤੇਦਾਰ ਵਾਂਗ ਮਿਲਾਂਗਾ। ਮਾਮੇ ਦੀ ਇਹ ਗੱਲ ਦੱਸਦੀ ਸੀ ਕਿ ਉਹ ਇਸ ਮਿਲਣ ਤੋਂ ਮਨ ਕਰਕੇ ਖੁਸ਼ ਹਨ। ਚਾਹ ਪੀਂਦਿਆਂ ਹੀ ਗੱਲ ਤੈਅ ਹੋ ਗਈ ਕਿ ਅੱਜ ਹੀ ਜੁਗਨੂ ਨੂੰ ਲਿਆਂਦਾ ਜਾਵੇ। ਜੁੱਗੀ ਦੇ ਮਾਮੇ ਨੇ ਕਿਹਾ ਕਿ ਸਰਦਾਰ ਜੀ, ਅਸੀਂ ਪਹਿਲਾਂ ਹੀ ਤਿਆਰ ਬੈਠੇ ਹਾਂ। ਚਾਹ ਪੀਂਦਿਆਂ ਹੀ ਸਰਦਾਰ ਜੀ ਖੜੇ ਹੋ ਗਏ ਅਤੇ ਕਿਹਾ, ਚੰਗਾ, ਫਿਰ ਮੈਂ ਚੱਲਦਾ ਹਾਂ ਅਤੇ ਤੁਸੀਂ 1 ਵਜੇ ਤੋਂ ਪਹਿਲਾਂ ਪਹੁੰਚ ਜਾਇਓ ਅਤੇ 2 ਘੰਟਿਆਂ ਵਿੱਚ ਤਿਆਰੀ ਕਰਕੇ ਤੁਹਾਨੂੰ ਵਾਪਸ ਕਰ ਦੇਵਾਂਗੇ। ਬਹੁਤ ਜਲਦੀ ਦੇ ਨਾਲ ਸਰਦਾਰ ਜੀ ਨਿਕਲੇ ਅਤੇ ਪਿੱਛੋਂ ਜੁੱਗੀ ਦੇ ਮਾਮੇ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ। ਪਿੰਡ ਦੇ ਨੰਬਰਦਾਰ ਅਤੇ ਜ਼ਮੀਨ ਦੇ ਠੇਕੇਦਾਰ ਨੂੰ ਨਾਲ ਲਿਆ ਅਤੇ ਇੱਕ ਬੰਦਾ ਮਾਮੇ ਦੇ ਨਾਲ ਆਇਆ ਹੋਇਆ ਸੀ। ਜੁੱਗੀ ਤੇ ਜੁੱਗੀ ਦੀ ਮਾਂ ਇੱਕ ਕਾਰ ਮਾਮਾ ਲਿਆਇਆ ਸੀ ਤੇ 2 ਟੈਕਸੀਆਂ ਪਹਿਲਾਂ ਤੋਂ ਹੀ ਤਿਆਰ ਰੱਖੀਆਂ ਹੋਈਆਂ ਸਨ। ਇਹ 6 ਜਣੇ ਸਰਦਾਰ ਜੀ ਦੇ ਜਾਣ ਤੋਂ 2 ਘੰਟੇ ਬਾਅਦ ਹੀ ਤੁਰ ਪਏ ਅਤੇ ਪਿੱਛੇ ਜੁੱਗੀ ਦੀਆਂ 2 ਮਾਮੀਆਂ ਅਤੇ ਇੱਕ ਔਰਤ ਜੋ ਨਾਨਕਿਆਂ ਤੋਂ ਸ਼ਰੀਕੇ ਵਿੱਚੋਂ ਸੀ। ਉਹਨਾਂ ਦੇ 6 ਜਣਿਆਂ ਦੇ ਤੁਰ ਜਾਣ ਤੋਂ ਬਾਅਦ ਪਿੱਛੇ ਘਰ ਦੇ ਵਿੱਚ ਜੁੱਗੀ ਦੀਆਂ 2 ਮਾਮੀਆਂ ਅਤੇ ਇੱਕ ਹੋਰ ਔਰਤ ਜੋ ਨਾਨਕਿਆਂ ਵਿੱਚੋਂ ਸ਼ਰੀਕੇ ਤੋਂ ਸੀ ਅਤੇ ਇੱਕ ਘਰ ਦਾ ਕੰਮ ਕਰਨ ਵਾਲੀ ਔਰਤ ਸੀ। ਇਹਨਾਂ 4 ਨੇ ਸਾਰੇ ਘਰ ਦੀ ਸਾਫ਼ ਸਫਾਈ ਸ਼ੁਰੂ ਕਰ ਦਿੱਤੀ ਅਤੇ ਸਾਰੀਆਂ ਚੀਜ਼ਾਂ ਥਾਂ ਟਿਕਾਣੇ ਉੱਤੇ ਰੱਖ ਕੇ ਘਰ ਨੂੰ ਸਜਾ ਦਿੱਤਾ ਅਤੇ ਸਾਫ਼ ਸੁਥਰਾ ਕਰ ਦਿੱਤਾ। 2 ਘੰਟੇ ਪਹਿਲਾਂ ਪਹੁੰਚ ਕੇ ਸਰਦਾਰ ਜੀ ਨੇ ਸਾਰੇ ਪਰਿਵਾਰ ਨੂੰ ਆਗਾਜ਼ ਕਰ ਦਿੱਤਾ ਕਿ ਜਲਦੀ ਤਿਆਰੀ ਕਰੋ, ਬਸ ਮੁੰਡੇ ਵਾਲੇ 2 ਘੰਟਿਆਂ ਵਿੱਚ ਆ ਰਹੇ ਹਨ।
ਜੁਗਨੂ ਨੂੰ ਲੈਣ ਵਾਸਤੇ। ਪ੍ਰਤਾਪ ਸਿੰਘ ਅਤੇ ਉਸ ਦੇ ਦੋਹਾਂ ਭਰਾਵਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਪ੍ਰਤਾਪ ਸਿੰਘ ਅਤੇ ਉਸ ਦੇ ਦੋਵੇਂ ਭਰਾਵਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਹਾਜ਼ਰ ਸੀ ਅਤੇ ਹੌਲੀ ਹੌਲੀ ਤਿਆਰੀ ਵਿੱਚ ਲੱਗਿਆ ਹੋਇਆ ਸੀ। ਇਹ ਸੁਣ ਕੇ ਸਭ ਨੇ ਕੰਮ ਕਰਨ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਇੱਕਦਮ ਖਾਣਾ ਬਣਾਉਣ ਦੀਆਂ ਤਿਆਰੀਆਂ ਹੋਣ ਲੱਗੀਆਂ। ਦੁੱਧ ਤਾਂ ਸਭ ਨੇ ਸਵੇਰੇ ਹੀ ਰਿੜਕ ਲਿਆ ਸੀ, ਪਰ ਖਾਣ ਵਾਸਤੇ ਜੋ ਦਹੀਂ ਰੱਖੀ ਸੀ ਉਹ ਸਾਰੀ ਤਿੰਨਾਂ ਘਰਾਂ ਵਿੱਚੋਂ ਇਕੱਠੀ ਕਰ ਲਈ ਅਤੇ 2 ਕੁ ਘਰਾਂ ਵਿੱਚ ਹੋਰ ਦਹੀਂ ਫੜ ਲਈ। ਸਭ ਨਾਲ ਸੁੱਖ ਨਾਲ ਦਹੀਂ ਦੀਆਂ 2 ਬਾਲਟੀਆਂ ਭਰ ਗਈਆਂ। ਨੈਣ ਨੂੰ ਬੁਲਾਇਆ ਤਾਂ ਉਹ ਵੀ ਆਪਣੀਆਂ ਦੋਹਾਂ ਨੌਹਾਂ ਨੂੰ ਲੈ ਕੇ ਪਹੁੰਚ ਗਈ ਸੀ। ਘਰ ਦਾ ਮਾਹੌਲ ਵਿਆਹ ਵਰਗਾ ਹੋ ਗਿਆ ਸੀ। ਆਉਣ ਵਾਲੇ ਪ੍ਰਾਹੁਣੇ 6 ਜਣੇ ਸਨ, ਪਰ ਘਰ ਵਾਲੇ 40-50 ਜਣੇ ਸੀ, ਜਾਂ ਐਂ ਕਹਿ ਲਵੋ ਕਿ ਦਾੜੀ ਨਾਲੋਂ ਮੁੱਛਾਂ ਵੱਧ ਗਈਆਂ। 2 ਸਬਜ਼ੀਆਂ ਬਣਾਈਆਂ, 1 ਦਾਲ ਬਣਾਈ। ਫਲ ਫਰੂਟ ਸਰਦਾਰ ਜੀ ਆਪਣੇ ਨਾਲ ਹੀ ਲੈ ਕੇ ਆਏ ਸੀਗੇ। ਉਧਰ ਜੁਗਨੂ ਦੀ ਮਾਂ ਅਤੇ ਉਸ ਦੀ ਚਾਚੀ ਜੁਗਨੂ ਦੀ ਤਿਆਰੀ ਵਿੱਚ ਲੱਗ ਗਈਆਂ ਸਨ। ਜੁਗਨੂ ਨੇ ਤਾਂ ਸੋਚਿਆ ਨਹੀਂ ਸੀ ਕਿ ਵਾਹਿਗੁਰੂ ਉਸ ਦੀ ਇਤਨੀ ਜਲਦੀ ਸੁਣ ਲਵੇਗਾ। ਉਹ ਤਾਂ ਘਰ ਵਿੱਚ ਸਿਰਫ 1 ਹਫ਼ਤਾ ਹੀ ਰਹੀ ਸੀ। ਜੁਗਨੂ ਨੇ ਇਸ਼ਨਾਨ ਤਾਂ ਅੰਮ੍ਰਿਤ ਵੇਲੇ ਕਰ ਲਿਆ ਸੀ, ਪਰ ਮਾਂ ਦੇ ਵਾਰ-ਵਾਰ ਕਹਿਣ 'ਤੇ ਉਸਨੇ ਇੱਕ ਵਾਰੀ ਫੇਰ ਇਸ਼ਨਾਨ ਕਰ ਲਿਆ ਅਤੇ ਬਾਅਦ ਵਿੱਚ ਉਸਨੇ ਆਪਣੀ ਅਲਮਾਰੀ ਵਿੱਚੋਂ ਸਾਫ ਸੁਥਰਾ ਰੇਬ ਪਜਾਮੀ ਵਾਲਾ ਇੱਕ ਚਿੱਟਾ ਸੂਟ ਕੱਢਿਆ ਅਤੇ ਪਹਿਨ ਲਿਆ। ਮਾਂ ਕਹਿੰਦੀ, ਪੁੱਤ ਇਹ ਕੀ, ਸ਼ਗਨਾਂ ਦਾ ਦਿਨ ਹੈ, ਕੋਈ ਰੰਗਦਾਰ ਸੂਟ ਪਾ। ਜੁਗਨੂ ਨੇ ਕਿਹਾ, ਨਹੀਂ ਮਾਂ, ਹੁਣ ਮੇਰੀ ਜ਼ਿੰਦਗੀ ਦੇ ਇਹੋ ਹੀ ਰੰਗ ਹਨ ਅਤੇ ਮੇਰੇ ਵਾਹਿਗੁਰੂ ਨੂੰ ਵੀ ਇਹੋ ਹੀ ਰੰਗ ਚੰਗੇ ਲੱਗਦੇ ਆ। ਮਾਂ ਨੂੰ ਜੁਗਨੂ ਦੀ ਉੱਚ ਅਵਸਥਾ ਵਾਲੀ ਗੱਲ ਸਮਝ ਤਾਂ ਨਹੀਂ ਆਈ, ਪਰ ਚੁੱਪ ਕਰ ਗਈ ਸੀ। ਚੁੰਨੀ ਲੈਣ ਵੇਲੇ ਮਾਂ ਨੇ ਫੇਰ ਕਿਹਾ, ਪੁੱਤ ਰੰਗਦਾਰ ਚੁੰਨੀ ਤਾਂ ਲੈ ਲਾ, ਲੋਕੀ ਕੀ ਕਹਿਣਗੇ। ਜੁਗਨੂ ਨੇ ਕਿਹਾ, ਨਹੀਂ ਮਾਂ, ਲੋਕਾਂ ਦਾ ਕੀ ਕਹਿਣਾ, ਜਿਸ ਕੋਲ ਜਾ ਰਹੀ ਹਾਂ ਉਸ ਨੂੰ ਤਾਂ ਇਹ ਸਭ ਮਨਜ਼ੂਰ ਹੈ ਨਾ। ਲੋਕਾਂ ਦਾ ਕੀ ਕਹਿਣਾ ਹੈ, ਜਿਸ ਕੋਲ ਮੈਂ ਜਾ ਰਹੀ ਹਾਂ ਉਸ ਨੂੰ ਤਾਂ ਸਭ ਮਨਜ਼ੂਰ ਹੈ, ਉਸਨੇ ਮੈਨੂੰ ਕਬੂਲ ਕੀਤਾ ਹੈ। ਦੇਖੋ ਨਾ ਮਾਂ, ਸਤਿਗੁਰਾਂ ਦੀ ਬਾਣੀ ਵਿੱਚ ਲਿਖਿਆ ਹੈ ਕਿ ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਤੀ। ਮਾਂ ਕਹਿੰਦੀ, ਪੁੱਤ ਮੈਨੂੰ ਤੇਰੀਆਂ ਇਹਨਾਂ ਗੱਲਾਂ ਦੀ ਸਮਝ ਤਾਂ ਨਹੀਂ ਆਉਂਦੀ, ਮੈਨੂੰ ਤੇਰੀਆਂ ਗੱਲਾਂ ਸਮਝ ਤਾਂ ਨਹੀਂ ਆਉਂਦੀਆਂ, ਪਰ ਚਿੱਤ ਕਰਦਾ ਸੁਣੀ ਜਾਵਾਂ। ਜੁਗਨੂ ਕਹਿੰਦੀ, ਮਾਂ ਇਸ ਦਾ ਮਤਲਬ ਹੈ ਕਿ ਤੂੰ ਉਸ ਜਗਤ ਦੀ ਸ਼ਲਾਘਾ ਨਾ ਕਰ ਜਿਸ ਨੇ ਨਾਸ ਹੋ ਜਾਣਾ। ਤੂੰ ਬੰਦਿਆਂ ਦੀ ਤਾਰੀਫ ਵੀ ਨਾ ਕਰ ਜਿਹੜੇ ਮਰ ਕੇ ਮਿਟ ਜਾਣਗੇ। ਇੰਨੇ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਉਹ ਆ ਗਏ ਹਨ। ਪਰਿਵਾਰ ਦੇ ਸਾਰੇ ਬੰਦੇ ਦਰਵਾਜ਼ੇ ਅੱਗੇ ਪਹੁੰਚ ਗਏ ਅਤੇ ਆਉਣ ਵਾਲੇ ਮਹਿਮਾਨਾਂ ਦਾ ਬਹੁਤ ਹੀ ਪ੍ਰੇਮ ਭਿੰਨੇ ਲਹਿਜੇ ਵਿੱਚ ਸਵਾਗਤ ਕੀਤਾ ਗਿਆ। ਜਦੋਂ ਪ੍ਰਤਾਪ ਸਿੰਘ ਨੂੰ ਜੁੱਗੀ ਦੀ ਮਾਂ ਮਿਲੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ। ਜਦੋਂ
ਪ੍ਰਤਾਪ ਸਿੰਘ ਨੂੰ ਜੁੱਗੀ ਦੀ ਮਾਂ ਮਿਲੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ। ਉਹਨਾਂ ਨੂੰ ਰੋਂਦਿਆਂ ਵੇਖ ਕੇ ਪ੍ਰਤਾਪ ਸਿੰਘ ਦੇ ਛੋਟੇ ਭਰਾ ਨੇ ਕਿਹਾ, ਭੈਣ ਜੀ, ਤੁਸੀਂ ਮੁੰਡੇ ਵਾਲੇ ਹੋ ਕੇ ਵੀ ਰੋਈ ਜਾਂਦੇ ਹੋ। ਇਸ ਤਰ੍ਹਾਂ ਸਭ ਵਿੱਚ ਹਾਸਾ ਜਿਹਾ ਫੈਲ ਗਿਆ ਤੇ ਮਾਹੌਲ ਥੋੜ੍ਹਾ ਖੁਸ਼ਗਵਾਰ ਹੋ ਗਿਆ। ਜੁੱਗੀ ਦੀ ਮਾਂ ਨੇ ਕਿਹਾ, ਨਹੀਂ ਬਾਈ, ਇਹ ਤਾਂ ਖੁਸ਼ੀ ਦੇ ਹੰਝੂ ਆ। ਦੁਬਾਰਾ ਖੁਸ਼ੀਆਂ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦੀਆਂ। ਸਭ ਨੂੰ ਆਦਰ ਸਹਿਤ ਬੈਠਕ ਵਿੱਚ ਬਿਠਾਇਆ ਗਿਆ। ਚਾਹ ਪਹਿਲਾਂ ਤੋਂ ਹੀ ਤਿਆਰ ਸੀ। ਸਭ ਜਣੇ ਚਾਹ ਪੀਣ ਲੱਗ ਪਏ। ਜੁਗਨੂ ਨੇ ਛੋਟੇ ਡਰਾਇੰਗ ਰੂਮ ਵਿੱਚ ਦੇ ਸ਼ੀਸ਼ਿਆਂ ਵਿੱਚ ਦੀ ਸ਼ੀਸ਼ਿਆਂ ਵਿੱਚ ਦੀ ਜੁੱਗੀ ਨੂੰ ਦੇਖਿਆ ਕਿ ਉਸਨੇ ਵੀ ਚਿੱਟੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਸਿਰ ਉੱਤੇ ਕੇਸਰੀ ਦਸਤਾਰ ਬੰਨੀ ਹੋਈ ਹੈ ਜੋ ਉਸ ਨੂੰ ਬਹੁਤ ਫੱਬ ਰਹੀ ਸੀ। ਉੱਤੋਂ ਜੁੱਗੀ ਦੀ ਲੰਮੀ ਦਾੜੀ ਤੇ ਸੋਹਣੀ ਦਾੜੀ ਉਸ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾ ਰਹੀ ਸੀ। ਜੁਗਨੂ ਦੀ ਖੁਸ਼ੀ ਦੀ ਤਾਂ ਕੋਈ ਪਾਰ ਹੀ ਨਾ ਰਹੀ। ਜੁਗਨੂ ਦੀ ਖੁਸ਼ੀ ਦਾ ਤਾਂ ਕੋਈ ਪਾਰ ਹੀ ਨਾ ਰਿਹਾ ਅਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਇਹ ਵਾਹਿਗੁਰੂ, ਤੂੰ ਐਡਾ ਵੱਡਾ ਹੈ, ਤੂੰ ਸਦਾ ਹੀ ਰਹਿਮਤਾਂ ਕਰਨ ਵਾਲਾ ਹੈ। ਆਤਮਾ ਦੇ ਸੁਨੇਹੇ ਇਸ ਤਰ੍ਹਾਂ ਭੇਜ ਦਿੰਦਾ ਹੈ ਕਿ ਇੱਕ ਦੂਜੇ ਤੱਕ ਇਸ ਤਰ੍ਹਾਂ ਭੇਜ ਦਿੰਦਾ ਕਿ ਸਭ ਕੁਝ ਉਹੋ ਜਿਹਾ ਹੀ ਹੋ ਜਾਂਦਾ, ਦੂਜਾ ਵੀ ਉਹੋ ਜਿਹਾ ਹੀ ਰੂਪ ਬਣ ਜਾਂਦਾ। ਤੇਰੀ ਮਹਿਮਾ ਅਪਰੰਪਾਰ ਹੈ ਵਾਹਿਗੁਰੂ। ਹੁਣ ਹੋਰ ਕੁਝ ਨਹੀਂ ਚਾਹੀਦਾ ਇਸ ਜੁਗਨੂ ਨੂੰ, ਬਸ ਤੇਰੇ ਚਰਨਾਂ ਦਾ ਪਿਆਰ ਅਤੇ ਤੇਰੇ ਦਰਸ਼ਨਾਂ ਦੀ ਭੁੱਖ ਬਾਕੀ ਰਹਿ ਗਈ ਹੈ। ਉਸ ਦੇ ਸਾਹ ਬਹੁਤ ਤੇਜ਼ੀ ਨਾਲ ਚੱਲਣ ਲੱਗ ਪਏ ਸਨ। ਮਾਂ ਨੇ ਕਿਹਾ, ਪੁੱਤ ਤੂੰ ਠੀਕ ਤਾਂ ਹੈ ਨਾ? ਉਸਨੇ ਕਿਹਾ, ਹਾਂ ਮਾਂ, ਮੈਂ ਠੀਕ ਹਾਂ। ਇਸ ਤਰ੍ਹਾਂ ਕਹਿ ਕੇ ਉਸਨੇ ਦੋਵੇਂ ਹੱਥ ਜੋੜੇ ਅਤੇ ਬੋਲੀ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਮਾਂ ਨੂੰ ਬਾਣੀ ਦੀ ਇਸ ਪੰਕਤੀ ਵਿੱਚੋਂ ਮਰਨ ਵਾਲੀ ਗੱਲ ਦੀ ਸਮਝ ਆ ਗਈ ਅਤੇ ਕਹਿਣ ਲੱਗੀ, ਪੁੱਤ ਮਰਨ ਦੀਆਂ ਗੱਲਾਂ ਕਿਉਂ ਕਰਦੀ ਐ ਸੁੱਖੀ ਸਾਂਦੀ? ਜੁਗਨੂ ਨੇ ਕਿਹਾ, ਨਹੀਂ ਮਾਂ, ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਇਸ ਵਹੁਟੀ ਨੂੰ ਅੱਜ ਇਹ ਲਾੜਾ ਲੈਣ ਆ ਗਿਆ ਹੈ ਨਾ, ਉਸੇ ਤਰ੍ਹਾਂ ਇਸ ਸਰੀਰ ਵਿੱਚ ਵਸਦੀ ਜਿੰਦ ਵਹੁਟੀ ਨੂੰ ਇੱਕ ਦਿਨ ਮੌਤ ਦਾ ਫਰਿਸ਼ਤਾ ਲਾੜਾ ਬਣ ਕੇ ਲੈ ਜਾਏਗਾ। ਇਹ ਸੱਚ ਤਾਂ ਹੈ ਨਾ ਮਾਂ? ਇਸ ਕੋਲੋਂ ਸਾਨੂੰ ਭੱਜਣਾ ਤੇ ਡਰਨਾ ਨਹੀਂ ਚਾਹੀਦਾ। ਮਾਂ ਕਹਿੰਦੀ, ਤੇਰੇ ਗਿਆਨ ਦੀਆਂ ਗੱਲਾਂ ਵੀ ਠੀਕ ਹਨ, ਪਰ ਹੁਣ ਤੂੰ ਥੋੜ੍ਹਾ ਖੁਸ਼ ਹੋ ਲੈ ਨਾ। ਗੱਲਾਂ ਬਾਤਾਂ ਕਰਦਿਆਂ ਸਭ ਨੇ ਰੋਟੀ ਖਾ ਲਈ ਅਤੇ ਫਿਰ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਸਰਦਾਰ ਜੀ ਛੋਟੀ ਲੌਬੀ ਵਿੱਚ ਜੁਗਨੂ ਕੋਲ ਆਏ ਅਤੇ ਆਪਣੀ ਬੇਟੀ ਨੂੰ ਘੁੱਟ ਕੇ ਜੱਫੀ ਪਾ ਕੇ ਮਿਲੇ ਅਤੇ ਫੇਰ ਕਿਹਾ, ਲੈ ਬੇਟਾ, ਮੈਂ ਆਪਣਾ ਬਚਨ ਪੁਗਾ ਦਿੱਤਾ ਹੈ। ਹੁਣ ਤੂੰ ਦੋਹਾਂ ਥਾਵਾਂ ਉੱਤੇ ਮਾਣ ਸਨਮਾਨ ਪ੍ਰਾਪਤ ਕਰ ਲਿਆ। ਹੁਣ ਤੂੰ ਆਪਣੇ ਘਰ ਜਾ, ਮੇਰੇ ਕੰਮ ਹਲੇ ਬਹੁਤ ਬਾਕੀ ਪਏ ਆ। ਮੈਂ ਵੀ ਆਪਣੇ ਸਾਰੇ ਕੰਮ ਜਲਦੀ ਮੁਕਾਉਣੇ ਹਨ। ਸਰੀਰ ਸਾਥ ਨਹੀਂ ਦਿੰਦਾ। ਵਾਹਿਗੁਰੂ ਮਿਲਾਏਗਾ ਤਾਂ ਫਿਰ ਮਿਲਾਂਗੇ। ਨਦੀ ਨਾਮ ਸੰਜੋਗੀ ਮੇਲੇ,
ਤੇ ਤੁਸੀਂ ਆਪਣੀ ਜ਼ਿੰਮੇਵਾਰੀਆਂ ਬਾਖੂਬੀ ਨਾਲ ਨਿਭਾਉਣੀਆਂ ਅਤੇ ਗੁਰੂ ਦੀ ਦਿੱਤੀ ਸਿੱਖੀ ਪਾਲਣੀ। ਜੁਗਨੂ ਨੇ ਕਿਹਾ, ਪਿਤਾ ਜੀ, ਤੁਸੀਂ ਮੈਨੂੰ ਨਵਾਂ ਜੀਵਨ ਦਿੱਤਾ ਅਤੇ ਮੈਨੂੰ ਹਮੇਸ਼ਾ ਹੀ ਤੁਹਾਡੇ ਸਹਾਰੇ ਦੀ ਜ਼ਰੂਰਤ ਰਹੇਗੀ। ਤੁਸੀਂ ਮੇਰੇ ਕਰਮਦਾਤਾ ਹੋ, ਤੁਸੀਂ ਮੇਰੇ ਮਲਾਹ ਹੋ, ਤੁਸੀਂ ਮੈਨੂੰ ਇਸ ਦੁਨੀਆ ਤੋਂ ਉਸ ਦੁਨੀਆ ਵਿੱਚ ਪਹੁੰਚਾਇਆ ਹੈ ਅਤੇ ਹੁਣ ਮੈਂ ਉਸ ਸਦਾ ਰਹਿਣ ਵਾਲੀ ਖੁਮਾਰੀ ਅਤੇ ਨਾਮ ਰੰਗਣੀ ਦੁਨੀਆ ਵਿੱਚ ਹੀ ਰਹਿਣਾ ਚਾਹੁੰਦੀ ਹਾਂ। ਹੁਣ ਮੈਂ ਉਸ ਸਦਾ ਰਹਿਣ ਵਾਲੀ ਖੁਮਾਰੀ ਅਤੇ ਨਾਮ ਰੰਗਲੀ ਦੁਨੀਆ ਵਿੱਚ ਹੀ ਰਹਿਣਾ ਚਾਹੁੰਦੀ ਹਾਂ। ਇਹ ਜੋ ਅਸੀਂ ਦੇਖਦੇ ਹਾਂ 4 ਦਿਨ ਵਿੱਚ ਬਿਨਸ ਜਾਣ ਵਾਲਾ ਹੈ। ਇਸ ਤੋਂ ਬਾਅਦ ਤਾਂ ਪਿਤਾ ਜੀ ਮੈਨੂੰ ਵਾਹਿਗੁਰੂ ਦੀ ਹੀ ਗੋਦ ਚਾਹੀਦੀ ਹੈ। ਦਾਰ ਜੀ ਨੇ ਕਿਹਾ, ਹਾਂ ਬੇਟਾ ਜੀ, ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ। ਜਦ ਤੂੰ ਸਿੱਖੀ ਵਿੱਚ ਢਲ ਰਹੀ ਸੀ ਨਾ, ਤਾਂ ਉਸ ਸਮੇਂ ਜੁੱਗੀ ਨੂੰ ਵੀ ਸਿੱਖੀ ਦੀ ਪਿਰਤ ਪਈ ਹੋਈ ਸੀ। ਉਸ ਸਮੇਂ ਜੁੱਗੀ ਨੂੰ ਵੀ ਸਿੱਖੀ ਦੀ ਪਿਰਤ ਪਈ ਹੋਈ ਸੀ। ਉਹ ਵੀ ਅੱਜ ਤੇਰੇ ਵਾਂਗ ਗੱਲਾਂ ਕਰਦਾ ਹੈ ਅਤੇ ਦੁਨੀਆ ਤੋਂ ਮੁਨਕਰ ਹੋ ਕੇ ਉਸਨੇ ਵੀ ਵਾਹਿਗੁਰੂ ਵੱਲ ਮੂੰਹ ਕਰ ਲਿਆ। ਉਸ ਦੇ ਚਿਹਰੇ ਉੱਤੇ ਵੀ ਨਾਮ ਦਾ ਰੰਗ ਝਲਕਦਾ ਹੈ। ਜਦੋਂ ਉਹ ਦੋਵੇਂ ਗੱਲਾਂ ਕਰ ਰਹੇ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਗਿਆਨ ਦਾ ਸਾਗਰ ਛਲਕ ਰਿਹਾ ਹੋਵੇ। ਜਦੋਂ ਦਾਰ ਜੀ ਅਤੇ ਜੁਗਨੀ ਗੱਲਾਂ ਕਰ ਰਹੇ ਸੀ ਤਾਂ ਸੁਣਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਗਿਆਨ ਦਾ ਸਾਗਰ ਛਲਕ ਰਿਹਾ ਹੋਵੇ। ਫਿਰ ਜੁਗਨੂ ਪਰਿਵਾਰ ਦੇ ਸਭ ਜੀਆਂ ਨੂੰ ਮਿਲੀ। ਆਪਣੇ ਤਾਏ ਨੂੰ ਮਿਲਣ ਲੱਗਿਆਂ ਉਸਨੇ ਕਿਹਾ, ਤਾਇਆ ਜੀ, ਜਿੰਨੇ ਪਿਆਰ ਨਾਲ ਤੁਸੀਂ ਮੈਨੂੰ ਉਸ ਵੇਲੇ ਘਰ ਲੈ ਕੇ ਆਏ ਸੀ, ਉਹ ਮੈਂ ਸਮਝ ਨਾ ਸਕੀ। ਤੁਸੀਂ ਮੇਰੇ ਵੱਡੇ ਗੁਨਾਹ ਨੂੰ ਮਾਫ਼ ਕਰ ਦਿਓ। ਫਿਰ ਉਹ ਆਪਣੇ ਮਾਂ-ਬਾਪ ਨੂੰ ਮਿਲੀ ਅਤੇ ਕਿਹਾ, ਮੇਰੇ ਜਨਮ ਦੇ ਦਾਤਿਓ, ਤੁਸੀਂ ਬਚਪਨ ਵਿੱਚ ਮੇਰੀਆਂ ਗਲਤੀਆਂ ਮਾਫ਼ ਕਰ ਦਿੰਦੇ ਸੀ। ਜਿਵੇਂ ਤੁਸੀਂ ਬਚਪਨ ਵਿੱਚ ਮੇਰੀਆਂ ਗਲਤੀਆਂ ਮਾਫ਼ ਕਰ ਦਿੰਦੇ ਸੀ, ਉਵੇਂ ਮੇਰੀਆਂ ਜਾਣ-ਬੁੱਝ ਕੇ ਕੀਤੀਆਂ ਗਲਤੀਆਂ ਬਚਪਨ ਵਾਲੀ ਛੋਟੀ ਜੀ ਜੁਗਨੂ ਸਮਝ ਕੇ ਮਾਫ਼ ਕਰ ਦੇਣਾ। ਮਾਪੇ ਸਦਾ ਬਖਸ਼ਣਹਾਰ ਹੁੰਦੇ ਹਨ, ਬਸ ਔਲਾਦ ਹੀ ਗਲਤੀਆਂ ਦੇ ਪੁਤਲੇ ਬਣ ਜਾਂਦੀ ਆ। ਇਸ ਘਰ ਵਿੱਚ ਰਹਿਣ ਦਾ ਮੇਰਾ ਜ਼ਿਆਦਾ ਸਮਾਂ ਨਹੀਂ ਲਿਖਿਆ ਸੀ। ਜਾਂਦੀ ਜਾਂਦੀ ਨੇ ਤੁਹਾਡੇ ਦਰਸ਼ਨ ਕੀਤੇ ਹਨ। ਹੁਣ ਆਪਣੇ ਪਤੀ ਦੇ ਦਰਸ਼ਨ ਕਰਾਂਗੀ ਅਤੇ ਉਸ ਤੋਂ ਬਾਅਦ ਫਿਰ ਮੇਰੀ ਅਭਲਾਖਾ ਵਾਹਿਗੁਰੂ ਦੇ ਦਰਸ਼ਨਾਂ ਦੀ ਹੀ ਰਹਿ ਜਾਏਗੀ। ਇਸ ਤਰ੍ਹਾਂ ਜੁਗਨੂ ਸਭ ਚਾਚੀਆਂ ਤਾਈਆਂ ਨੂੰ ਗਲ ਲੱਗ ਕੇ ਮਿਲੀ। ਜਦ ਨੈਣ ਰਾਣੀ ਆ ਕੇ ਗਲੇ ਮਿਲੀ ਜੁਗਨੂ ਦੇ ਗਲੇ ਮਿਲੀ ਤਾਂ ਉਹ ਭੁੱਬਾ ਮਾਰ ਕੇ ਰੋਣ ਲੱਗੀ। ਕਹਿਣ ਲੱਗੀ, ਧੀਏ, ਮੈਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ। ਮੈਂ ਤੇਰੇ ਬਾਰੇ ਆਪਣੇ ਮਨ ਵਿੱਚ ਬਹੁਤ ਕੁਫਰ ਤੋਲੇ ਹਨ। ਮੈਂ ਤੇਰੇ ਬਾਰੇ ਆਪਣੇ ਮਨ ਵਿੱਚ ਬਹੁਤ ਕੁਫਰ ਤੋਲੇ ਹਨ। ਪੁੱਤ, ਤੂੰ ਮੈਨੂੰ ਮਾਫ਼ ਕਰ ਦੇ। ਤੇਰੇ ਵਿੱਚੋਂ ਤਾਂ
ਤੇਰੇ ਵਿੱਚੋਂ ਤਾਂ ਗੁਰੂਆਂ ਦੇ ਦਰਸ਼ਨ ਹੁੰਦੇ ਆ। ਜੁਗਨੂ ਨੇ ਕਿਹਾ, ਨਹੀਂ ਚਾਚੀ, ਇਹ ਸਭ ਸਮੇਂ ਦੇ ਗੇੜ ਨਾਲ ਹੋਇਆ। ਉਸ ਸਮੇਂ ਉਹ ਗਲਤ ਸੀ। ਜੇ ਉਹ ਸਭ ਕੁਝ ਨਾ ਹੁੰਦਾ ਤਾਂ ਅੱਜ ਇਹ ਸਭ ਕੁਝ ਨਹੀਂ ਹੋਣਾ ਸੀ। ਜੇ ਉਹ ਸਭ ਕੁਝ ਨਾ ਹੁੰਦਾ ਤਾਂ ਅੱਜ ਇਹ ਸਭ ਕੁਝ ਨਹੀਂ ਹੋਣਾ ਸੀ। ਜੁਗਨੂ ਦੇ ਬੋਲ ਹਰ ਗੱਲੋਂ ਮਿਸ਼ਰੀ ਵਰਗੇ ਮਿੱਠੇ ਸਨ। ਉਹ ਬਿਨਾਂ ਸ਼ਿੰਗਾਰ ਤੋਂ ਵੀ ਸੁੰਦਰ ਕਹਾਉਣ ਵਾਲੀਆਂ ਇਸਤਰੀਆਂ ਨੂੰ ਮਾਤ ਪਾਉਂਦੀ ਸੀ। ਉਸ ਦਾ ਨੂਰ ਚਿਹਰੇ ਤੋਂ ਡੁੱਲ ਪੈਂਦਾ ਸੀ। ਪਰ ਉਸ ਦੇ ਡੂੰਘੇ ਗਿਆਨ ਦੀਆਂ ਰਮਜਾਂ ਕਿਸੇ ਨੂੰ ਸਮਝ ਨਹੀਂ ਪੈ ਰਹੀਆਂ ਸਨ। ਸਭ ਨੂੰ ਮਿਲਣ ਤੋਂ ਬਾਅਦ ਸਭ ਦੇ ਕਦਮ ਕਾਰਾਂ ਵੱਲ ਵਧਣ ਲੱਗੇ। ਤੁਰਦਿਆਂ ਤੁਰਦਿਆਂ ਸ਼ਾਮ ਦੇ 6 ਵੱਜ ਗਏ ਸੀ। ਅਕਤੂਬਰ ਦਾ ਮਹੀਨਾ ਸੀ। ਸੂਰਜ ਦੀ ਟਿੱਕੀ ਹਾਲੀ ਛਿਪੀ ਨਹੀਂ ਸੀ। ਮਾਮੇ ਵਾਲੀ ਕਾਰ ਵਿੱਚ ਬੈਠਣ ਲੱਗਿਆਂ ਜੁਗਨੂ ਇੱਕ ਵਾਰ ਫੇਰ ਮਾਂ ਬਾਪ ਦੇ ਗਲ ਲੱਗ ਕੇ ਮਿਲੀ ਤੇ ਦਾਰ ਜੀ ਨੂੰ ਮਿਲ ਕੇ ਵੀ ਆਦਰ ਸਹਿਤ ਗੁਰੂ ਫਤਿਹ ਬੁਲਾਈ। ਦਾਰ ਜੀ ਨੂੰ ਮਿਲ ਕੇ ਵੀ ਆਦਰ ਸਹਿਤ ਗੁਰੂ ਫਤਿਹ ਬੁਲਾਈ ਅਤੇ ਫੇਰ ਸਭ ਕਾਰਾਂ ਨੇ ਚਾਲੇ ਪਾ ਦਿੱਤੇ। ਪਿਛਲੀ ਸੀਟ ਉੱਤੇ ਜੁਗਨੂ ਅਤੇ ਜੁਗਨੂ ਦੀ ਸੱਸ ਬੈਠੇ ਸੀ। ਪਿਛਲੀ ਸੀਟ ਉੱਤੇ ਜੁਗਨੂ ਅਤੇ ਜੁਗਨੂ ਦੀ ਸੱਸ ਬੈਠੇ ਸੀ ਅਤੇ ਮਾਮਾ ਕਾਰ ਚਲਾਉਂਦਾ ਸੀ। ਮਾਮੇ ਦੇ ਨਾਲ ਹੀ ਅਗਲੇ ਪਾਸੇ ਜੁੱਗੀ ਬੈਠਾ ਸੀ। ਉਹ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਚਿੱਤ ਬੈਠਾ ਸੀ। ਮਾਂ ਨੇ ਆਪਣੇ ਭਰਾ ਨਾਲ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ ਅਤੇ ਥੋੜ੍ਹੇ ਸਮੇਂ ਬਾਅਦ ਜੁਗਨੂ ਨਾਲ ਗੱਲਾਂ ਕਰਨ ਲੱਗ ਪਈ। ਜੁਗਨੂ ਨੇ ਕੁਝ ਦੇਰ ਤਾਂ ਮਾਂ ਦਾ ਆਦਰ ਕਰਦਿਆਂ ਦੁਨਿਆਵੀ ਗੱਲਾਂ ਕੀਤੀਆਂ। ਫੇਰ ਗੱਲਾਂ ਵਿੱਚੋਂ ਹੀ ਗੁਰਬਾਣੀ ਦੀ ਤੁਕ ਲੈ ਕੇ ਵਿਚਾਰ ਸ਼ੁਰੂ ਕਰ ਦਿੱਤੀ। ਬੰਦੇ ਦੀ ਸੁਰਤ ਤਾਂ ਹੈ ਹੀ ਇਸ ਤਰ੍ਹਾਂ ਦੀ ਕਿ ਚੁਗਲੀਆਂ ਭਾਵੇਂ ਸਾਰਾ ਦਿਨ ਕਰੀ ਜਾਓ, ਬੰਦੇ ਦਾ ਦਿਮਾਗ ਇੱਕਦਮ ਤਾਜ਼ਾ ਰਹਿੰਦਾ। ਪਰ ਜੇ ਗੁਰਬਾਣੀ ਦੀ ਗੱਲ ਸ਼ੁਰੂ ਕਰੋ ਤਾਂ ਬੰਦੇ ਨੂੰ ਸੌਣ ਲੱਗਿਆਂ 5 ਮਿੰਟ ਵੀ ਨਹੀਂ ਲੱਗਦੇ। ਬਸ ਇਸ ਤਰ੍ਹਾਂ ਹੀ ਉਸ ਦੀ ਸੱਸ ਹੂੰ ਕਰਦੀ 5 ਮਿੰਟਾਂ ਵਿੱਚ ਸੌਂ ਗਈ। ਸੜਕਾਂ ਉੱਤੇ ਚਲਦੀਆਂ ਕਾਰਾਂ ਜੀਪਾਂ ਦੀਆਂ ਲਾਈਟਾਂ ਜਗ ਪਈਆਂ ਸਨ। ਸ਼ਾਮ ਦਾ ਹਨੇਰਾ ਹੋ ਗਿਆ ਸੀ। ਜਾਂਦਿਆਂ ਜਾਂਦਿਆਂ ਸੜਕਾਂ ਉੱਤੇ ਚਲਦੀਆਂ ਕਾਰਾਂ ਜੀਪਾਂ ਦੀਆਂ ਲਾਈਟਾਂ ਜਗ ਪਈਆਂ ਸਨ। ਘਰ ਪਹੁੰਚਦਿਆਂ 8:30 ਵੱਜ ਗਏ ਸੀ। ਜੁਗਨੂ ਨੂੰ ਬੜੇ ਰੀਤੀ ਰਿਵਾਜਾਂ ਤੇ ਰਸਮਾਂ ਨਾਲ ਕਾਰ ਵਿੱਚੋਂ ਉਤਾਰਿਆ ਗਿਆ ਅਤੇ ਵਿਹੜੇ ਵਿੱਚ ਲੱਗੇ ਪਲੰਘ ਉੱਤੇ ਬਿਠਾਇਆ ਗਿਆ। ਜੁੱਗੀ ਦਾ ਕਮਰਾ ਮਾਮੀਆਂ ਨੇ ਬੜੇ ਪ੍ਰੇਮ ਨਾਲ ਤਿਆਰ ਕੀਤਾ ਸੀ। ਉਹਨਾਂ ਨੂੰ ਜਲਦੀ ਵਿੱਚ ਹੋਰ ਕੁਝ ਤਾਂ ਮਿਲਿਆ ਨਹੀਂ ਸੀ। ਘਰ ਦੇ ਮਗਰਲੇ ਪਾਸੇ ਪਸ਼ੂਆਂ ਦੇ ਚਾਰਾ ਬੀਜਣ ਵਾਲੇ ਖੇਤ ਵਿੱਚ 2-4 ਗੁਲਾਬ ਦੇ ਫੁੱਲਾਂ ਦੇ ਜੋ ਬੂਟੇ ਲੱਗੇ ਸਨ, ਉੱਥੋਂ ਥੋੜ੍ਹੇ ਫੁੱਲ ਲਿਆ ਕੇ ਬੈੱਡ ਦੀ ਚਾਦਰ ਉੱਤੇ ਖਿਲਾਰ ਦਿੱਤੇ ਸੀ ਅਤੇ ਖੁਸ਼ਬੂ ਵਾਸਤੇ ਪਿੰਡ ਵਿੱਚੋਂ ਬਾਣੀਏ ਦੀ ਹੱਟੀ ਤੋਂ ਖੁਸ਼ਬੂਦਾਰ ਅਗਰਬੱਤੀਆਂ ਲਿਆ ਕੇ ਲਗਾ ਦਿੱਤੀਆਂ ਸਨ। ਰੋਟੀ ਪਾਣੀ ਤਿਆਰ ਸੀ। ਸਭ ਨੇ ਮੂੰਹ ਹੱਥ ਧੋ ਕੇ ਖਾਧਾ। ਨੰਬਰਦਾਰ ਤੇ ਠੇਕੇਦਾਰ ਰੋਟੀ ਖਾ ਕੇ ਆਪਣੇ ਆਪਣੇ ਘਰ ਚਲੇ ਗਏ। ਪਿੰਡ ਵਿੱਚ ਥੋੜ੍ਹਾ ਪਤਾ ਲੱਗ ਗਿਆ ਸੀ ਕਿ ਅੱਜ ਭੋਗਲਾਂ ਦੀ ਬਹੂ ਨੇ ਆਉਣਾ ਹੈ। ਰਾਤ ਨੂੰ ਮੋੜਾਂ ਉੱਤੇ ਬੈਠੇ ਲੋਕ ਵਿੜਕਾਂ ਲੈ ਰਹੇ ਸੀ। ਮਾਮੀਆਂ ਨੇ ਜੁਗਨੂ ਨੂੰ ਉਸਦੇ ਕਮਰੇ ਵਿੱਚ ਬਿਠਾ ਦਿੱਤਾ ਅਤੇ ਕੱਪੜਿਆਂ ਵਾਲਾ ਟੇਚੀ ਵੀ ਅੰਦਰ ਰੱਖ ਦਿੱਤਾ। ਫਿਰ ਮਾਮੀਆਂ ਨੇ ਜੁਗਨੂ ਨੂੰ ਬਾਥਰੂਮ ਵਿੱਚ ਛੱਡ ਆਂਦਾ
ਅਤੇ ਉਹ ਇਸ਼ਨਾਨ ਕਰਕੇ ਕੱਪੜੇ ਬਦਲ ਕੇ ਆਪਣੇ ਕਮਰੇ ਵਿੱਚ ਆ ਗਈ। ਬਾਹਰ ਵਿਹੜੇ ਵਿੱਚ ਮਾਮੇ ਨੇ ਆਪਣੇ ਸਾਥੀ ਸਮੇਤ ਸ਼ਰਾਬ ਖੋਲ੍ਹ ਲਈ ਸੀ ਅਤੇ ਮਾਂ ਰੋਟੀ ਖਾ ਕੇ ਕੱਪੜੇ ਬਦਲ ਕੇ ਥੱਕੀ ਹੋਣ ਕਰਕੇ ਆਪਣੇ ਕਮਰੇ ਵਿੱਚ ਜਾ ਪਈ। ਮਾਮੀਆਂ ਰੋਟੀਆਂ ਖਾ ਕੇ ਅਤੇ ਸਾਰਾ ਕੰਮ ਨਿਬੇੜ ਕੇ ਜੁਗਨੂ ਕੋਲ ਆ ਬੈਠੀਆਂ ਅਤੇ ਥੋੜ੍ਹਾ ਸਮਾਂ ਸੁੱਖ ਸਾਂਦ ਪੁੱਛ ਕੇ ਗੱਲਾਂ ਬਾਤਾਂ ਕਰਦੀਆਂ ਰਹੀਆਂ। ਫੇਰ ਉੱਠ ਕੇ ਆਪਣਿਆਂ ਬਿਸਤਰਿਆਂ ਵਿੱਚ ਜਾ ਵੜੀਆਂ। ਜੁੱਗੀ ਰੋਟੀ ਖਾ ਕੇ ਪਸ਼ੂਆਂ ਵੱਲੇ ਗੇੜਾ ਮਾਰਨ ਚਲਿਆ ਗਿਆ। ਜੁੱਗੀ ਰੋਟੀ ਖਾ ਕੇ ਪਸ਼ੂਆਂ ਵੱਲੇ ਗੇੜਾ ਮਾਰਨ ਚਲਿਆ ਗਿਆ ਅਤੇ ਉੱਥੋਂ ਹੀ ਗੁਰਦੁਆਰੇ ਜਾ ਗਿਆਨੀ ਜੀ ਦਾ ਬੂਹਾ ਖੜਕਾਇਆ। ਕਿਉਂਕਿ ਗੁਰਦੁਆਰਾ ਘਰ ਦੇ ਨਾਲ ਹੀ ਸੀ। ਗਿਆਨੀ ਜੀ ਨੇ ਵਧਾਈਆਂ ਦਿੱਤੀਆਂ ਅਤੇ ਜੀਓ ਆਇਆਂ ਕਿਹਾ। ਥੋੜ੍ਹਾ ਚਿਰ ਰੱਬ ਦੀਆਂ ਗੱਲਾਂ ਬਾਤਾਂ ਕਰਕੇ ਤੁਰਨ ਲੱਗਿਆਂ ਜੁੱਗੀ ਨੇ ਗਿਆਨੀ ਜੀ ਨੂੰ ਘੁੱਟ ਕੇ ਜੱਫੀ ਪਾਈ। ਜੱਫੀ ਅੱਗੇ ਵੀ ਕਈ ਵਾਰ ਪਾਈ ਸੀ, ਪਰ ਅੱਜ ਪਤਾ ਨਹੀਂ ਕਿਉਂ ਮਹਿਸੂਸ ਹੋ ਰਿਹਾ ਸੀ ਕਿ ਇਹ ਪਹਿਲੀ ਜੱਫੀ ਹੈ ਜਾਂ ਆਖਰੀ ਜੱਫੀ ਹੈ। ਉਸ ਨੂੰ ਅਜੀਬ ਜਿਹਾ ਲੱਗ ਰਿਹਾ ਸੀ, ਉਸ ਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਸਭ ਆਪਣੀ ਆਪਣੀ ਥਾਂ ਉੱਤੇ ਸੌਂ ਚੁੱਕੇ ਸੀ। ਜੁੱਗੀ ਜਦ ਕਮਰੇ ਵਿੱਚ ਆਇਆ ਤਾਂ ਜੁਗਨੂ ਅੱਖਾਂ ਬੰਦ ਕਰਕੇ ਸਮਾਧੀ ਸਥਿਤ ਬੈਠੀ ਪਾਠ ਕਰ ਰਹੀ ਸੀ। ਉਹ ਰੱਬ ਦੀ ਦੁਨੀਆ ਵਿੱਚ ਲੀਨ ਸੀ। ਇਹ ਦੇਖ ਕੇ ਜੁੱਗੀ ਨੂੰ ਯਾਦ ਆਇਆ ਕਿ ਜੁਗਨੂ ਜਦ ਪਹਿਲੀ ਵਾਰ ਵਿਆਹੀ ਆਈ ਸੀ ਤਾਂ ਉਹ ਇਸੇ ਮੰਜੇ ਉੱਤੇ ਮੇਰਾ ਇੰਤਜ਼ਾਰ ਕਰ ਰਹੀ ਸੀ ਅਤੇ ਅੱਜ ਉਹੀ ਜੁਗਨੂ ਸਰੀਰਾਂ ਦੀ ਦੁਨੀਆ ਤੋਂ ਉੱਚਾ ਉੱਠ ਕੇ ਪ੍ਰਭ ਮਿਲਣੇ ਕਾ ਚਾਅ ਵਿੱਚ ਬੈਠੀ ਹੈ। ਹੇ ਵਾਹਿਗੁਰੂ, ਇਹ ਸਭ ਤੇਰੀ ਮਿਹਰ ਹੈ। ਇਹ ਵਿਚਾਰ ਕੇ ਜੁੱਗੀ ਵੀ ਉਸ ਦੇ ਸਾਹਮਣੇ ਹੀ ਸਮਾਧੀ ਲਾ ਕੇ ਬੈਠ ਗਿਆ। ਕੁਝ ਸਮੇਂ ਬਾਅਦ ਜਦ ਜੁਗਨੂ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੇ ਸਾਹਮਣੇ ਉਸ ਦੇ ਸਿਰ ਦਾ ਸਾਈਂ ਬੈਠਾ ਸੀ। ਉਸਨੇ ਥੋੜ੍ਹਾ ਪਾਸੇ ਹਟ ਕੇ ਜੁੱਗੀ ਨੂੰ ਬੈੱਡ ਦੇ ਸਿਰਹਾਣੇ ਵਾਲੇ ਪਾਸੇ ਬੈਠਣ ਨੂੰ ਜਗ੍ਹਾ ਦਿੱਤੀ। ਜੁਗਨੂ ਨੇ ਥੋੜ੍ਹਾ ਪਾਸੇ ਹਟ ਕੇ ਜੁੱਗੀ ਨੂੰ ਬੈੱਡ ਦੇ ਸਿਰਹਾਣੇ ਵਾਲੇ ਪਾਸੇ ਬੈਠਣ ਨੂੰ ਜਗ੍ਹਾ ਦਿੱਤੀ ਅਤੇ ਉੱਧਰ ਬੈਠਣ ਦਾ ਇਸ਼ਾਰਾ ਕੀਤਾ। ਜੁੱਗੀ ਬੈੱਡ ਦੀ ਢੋ ਲਾ ਕੇ ਬੈਠ ਗਿਆ। ਫਿਰ ਜੁਗਨੂ ਨੇ ਜੁੱਗੀ ਦੇ ਪੈਰ ਫੜ ਲਏ ਅਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਦੀ ਧਾਰਾ ਵਗਣ ਲੱਗੀ। ਉਸਨੇ ਆਪਣੇ ਸਾਹਾਂ ਦੀਆਂ ਸਿਸਕੀਆਂ ਨੂੰ ਰੋਕਦਿਆਂ ਹੋਇਆਂ ਕਿਹਾ, ਹੇ ਮੇਰੇ ਸਿਰ ਦੇ ਸਾਈਂ, ਅੱਜ ਦੇ ਦਿਨ ਦੀ ਮੈਂ ਬਹੁਤ ਸਮੇਂ ਤੋਂ ਉਡੀਕ ਕਰ ਰਹੀ ਸੀ। ਵਾਹਿਗੁਰੂ ਨੇ ਮੇਰੇ ਉੱਤੇ ਮਿਹਰ ਕਰਕੇ ਮੈਨੂੰ ਅੱਜ ਇਹ ਸਮਾਂ ਦੇ ਦਿੱਤਾ। ਆਪ ਜੀ ਦੇ ਚਰਨਾਂ ਤੱਕ ਪਹੁੰਚ ਕੇ ਆਪਣੇ ਗੁਨਾਹਾਂ ਦਾ ਪਛਤਾਤਾਪ ਕਰਨਾ ਹੀ ਮੇਰੀ ਮੰਜ਼ਿਲ ਹੈ। ਮੈਂ ਤੁਹਾਨੂੰ ਬਹੁਤ ਦੁਖੀ ਕੀਤਾ। ਮੈਂ ਪਾਪ ਦੀ ਦੁਨੀਆ ਵਿੱਚ ਗਵਾਚੀ ਹੋਈ ਸੀ ਅਤੇ ਤੁਹਾਡੇ ਪਿਆਰ ਨੂੰ ਮੈਂ ਵੇਖ ਨਾ ਸਕੀ। ਮੈਂ ਆਪਣੇ ਪਤੀਵਰਤਾ ਧਰਮ ਤੋਂ ਡੋਲ ਕੇ ਬਹੁਤ ਗੁਨਾਹ ਕੀਤੇ ਹਨ। ਮੈਂ ਆਪਣੇ ਸਿਰ ਉੱਤੇ ਪਾਪਾਂ ਦੀ ਪੰਡ ਭਾਰੀ ਕਰ ਲਈ ਸੀ। ਮੈਂ ਆਪਣੇ ਸਿਰ ਉੱਤੇ ਪਾਪਾਂ ਦੀ ਪੰਡ ਭਾਰੀ ਕਰ ਲਈ ਹੈ। ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਦਿਨੇ ਰਾਤ ਸੌਣ ਨਹੀਂ ਦਿੰਦਾ। ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਦਿਨੇ ਰਾਤ ਸੌਣ ਨਹੀਂ ਦਿੰਦਾ। ਹੁਣ ਮੈਂ ਆਪ ਜੀ ਦੀ ਸੇਵਾ ਕਰਕੇ ਆਪਣੇ ਗੁਨਾਹਾਂ ਦੀ ਸਜ਼ਾ ਤੋਂ ਮੁਕਤੀ ਪਾਉਣਾ ਚਾਹੁੰਦੀ ਹਾਂ। ਮੈਂ ਸੁਣਿਆ ਕਿ ਇਸਤਰੀ ਦੇ ਜੀਵਨ ਵਿੱਚ ਪਤੀ ਤੇ ਪਰਮਾਤਮਾ ਇੱਕੋ ਜਿਹਾ ਦਰਜਾ ਰੱਖਦੇ ਹਨ। ਜੇ ਪਤੀ ਔਰਤ ਦੇ ਗੁਨਾਹ ਮਾਫ਼ ਕਰ ਦੇਵੇ ਤਾਂ ਧਰਮਰਾਜ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਇਸ ਲਈ ਹੇ ਮੇਰੇ ਪਿਆਰੇ ਸਿਰ ਦੇ ਸਾਈਂ, ਮੇਰੀਆਂ ਸਾਰੀਆਂ ਪਿਛਲੀਆਂ ਗਲਤੀਆਂ ਮੁਆਫ਼ ਕਰਕੇ
ਮੈਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰ ਲਵੋ। ਹੁਣ ਮੈਂ ਤੁਹਾਡੀ ਦਾਸੀ ਹੀ ਨਹੀਂ ਬਲਕਿ ਤੁਹਾਡੇ ਪੈਰਾਂ ਦੀ ਖਾਕ ਬਣ ਕੇ ਰਵਾਂਗੀ। ਇਹ ਕਹਿ ਕੇ ਜੁਗਨੂ ਨੇ ਆਪਣਾ ਸਿਰ ਜੁੱਗੀ ਦੇ ਪੈਰਾਂ ਉੱਤੇ ਰੱਖ ਦਿੱਤਾ ਅਤੇ ਡੁਸਕ ਡੁਸਕ ਕੇ ਰੋਣ ਲੱਗੀ। ਜੁੱਗੀ ਨੇ ਜੁਗਨੂ ਦਾ ਸਿਰ ਆਪਣੇ ਦੋਹਾਂ ਹੱਥਾਂ ਨਾਲ ਪੈਰਾਂ ਤੋਂ ਚੁੱਕਿਆ ਅਤੇ ਆਪਣੀ ਗੋਦ ਵਿੱਚ ਰੱਖ ਲਿਆ। ਜੁਗਨੂ ਦੇ ਸਿਰ ਨੂੰ ਬੜੇ ਪਿਆਰ ਨਾਲ ਪਲੋਸਦਿਆਂ ਹੋਇਆਂ ਜੁੱਗੀ ਨੇ ਕਿਹਾ, ਇਹ ਸਭ ਸਮੇਂ ਦਾ ਚੱਕਰ ਸੀ ਅਤੇ ਕੁਝ ਲੋਕ ਇਸ ਨੂੰ ਕਾਲ ਵੀ ਕਹਿੰਦੇ ਹਨ। ਕਾਲ ਵਿੱਚ ਚੱਲਣ ਵਾਲੀ ਹਰ ਚੀਜ਼ ਦੀ ਸ਼ੁਰੂਆਤ ਵੀ ਹੁੰਦੀ ਹੈ ਅਤੇ ਉਸ ਦਾ ਅੰਤ ਵੀ ਨਿਸ਼ਚਿਤ ਹੁੰਦਾ ਹੈ। ਅਸੀਂ ਕਲਯੁਗੀ ਜੀਵ ਹਾਲਾਤਾਂ ਦੀ ਸ਼ੁਰੂਆਤ ਤੋਂ ਘਬਰਾ ਕੇ ਆਪਣਾ ਧੀਰਜ ਗਵਾ ਬੈਠਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਇਸ ਦਾ ਅੰਤ ਵੀ ਹੋਵੇਗਾ, ਕਿਉਂਕਿ ਅਸੀਂ ਕਾਲ ਦੇ ਅਧੀਨ ਹਾਂ ਅਤੇ ਕਾਲ ਦੇ ਅਧੀਨ ਚੀਜ਼ਾਂ ਦਾ ਆਦ ਅੰਤ ਹੁੰਦਾ ਹੈ। ਅਕਾਲ ਪੁਰਖ ਕਾਲ ਤੋਂ ਰਹਿਤ ਹੈ ਅਤੇ ਉਸ ਨੂੰ ਕਾਲ ਦੀ ਲੇਸ ਮਾਤਰ ਨਹੀਂ ਲੱਗਦੀ। ਇਸ ਕਰਕੇ ਉਹ ਦੁਖੀ ਜਾਂ ਸੁਖੀ ਨਹੀਂ ਹੁੰਦਾ ਅਤੇ ਉਹ ਸਦਾ ਇੱਕ ਰਸ ਰਹਿੰਦਾ ਹੈ। ਸਾਡਾ ਮਿਲਣਾ, ਵਿਛੜਨਾ ਅਤੇ ਫਿਰ ਮਿਲਣਾ, ਇਹ ਸਭ ਸਮੇਂ ਦੇ ਤਹਿਤ ਸੀ, ਸਮੇਂ ਦੇ ਅਧੀਨ ਸੀ। ਇਸ ਲਈ ਅਸੀਂ ਚਾਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦੇ ਸੀ, ਸਗੋਂ ਅਸੀਂ ਆਪਣੀਆਂ ਜੁਗਤੀਆਂ ਨਾਲ ਸਮੇਂ ਨੂੰ ਹੋਰ ਗੁੰਝਲਦਾਰ ਬਣਾ ਲੈਂਦੇ ਹਾਂ, ਸਮੇਂ ਨੂੰ ਹੋਰ ਗੁੰਝਲਦਾਰ ਬਣਾ ਲੈਂਦੇ ਹਾਂ ਅਤੇ ਇਸ ਸਮੇਂ ਦੇ ਦੌਰਾਨ ਜੋ ਅਸੀਂ ਗਲਤੀਆਂ ਕਰਦੇ ਹਾਂ ਉਹ ਪਾਪਾਂ ਦਾ ਭੰਡਾਰ ਬਣ ਜਾਂਦੀਆਂ ਹਨ ਅਤੇ ਧੀਰਜਤਾ ਰੱਖਦੇ ਹਾਂ ਤਾਂ ਉਹ ਗੁਣਾਂ ਦਾ ਖਜ਼ਾਨਾ ਬਣ ਜਾਂਦੀਆਂ ਹਨ। ਤੁਹਾਡਾ ਅਤੇ ਮੇਰਾ ਸੰਬੰਧ ਵਾਹਿਗੁਰੂ ਨੇ ਬਣਾਇਆ ਹੈ, ਜੋ ਕਦੇ ਟੁੱਟਣ ਵਾਲਾ ਨਹੀਂ ਹੈ। ਸਾਡਾ ਵਿਛੜ ਜਾਣਾ ਇੱਕ ਪਰਖ ਸੀ ਅਤੇ ਇਸ ਪਰਖ ਅਤੇ ਪਛਤਾਵੇ ਦੀ ਅਗਨੀ ਵਿੱਚੋਂ ਅਸੀਂ ਦੋਵੇਂ ਖਰਾ ਸੋਨਾ ਬਣ ਕੇ ਉੱਭਰੇ ਹਾਂ। ਹੁਣ ਵਾਹਿਗੁਰੂ ਨੇ ਸਾਡਾ ਜੀਵਨ ਇੱਕ ਸੋਚ ਅਤੇ ਇੱਕ ਮਾਰਗ ਵਾਲਾ ਬਣਾ ਦਿੱਤਾ ਹੈ। ਹੁਣ ਅਸੀਂ ਗੁਰੂਪੁਰੀ ਦੇ ਵਾਸੀ ਹਾਂ, ਹੁਣ ਅਸੀਂ ਗੁਰਪੁਰੀ ਦੇ ਵਾਸੀ ਹਾਂ। ਮੇਰੇ ਮਨ ਨੇ ਕਦੇ ਵੀ ਤੁਹਾਡੇ ਗੁਨਾਹਾਂ ਦਾ ਲੇਖਾ ਨਹੀਂ ਕੀਤਾ, ਮੇਰੇ ਮਨ ਨੇ ਕਦੇ ਵੀ ਤੁਹਾਡੇ ਗੁਨਾਹਾਂ ਦਾ ਲੇਖਾ ਨਹੀਂ ਕੀਤਾ ਅਤੇ ਹਮੇਸ਼ਾ ਤੁਹਾਨੂੰ ਆਪਣੀ ਦੁਨੀਆ ਵਿੱਚ ਸ਼ਾਮਲ ਰੱਖਿਆ। ਤੁਸੀਂ ਆਪਣੇ ਬੀਤੇ ਸਮੇਂ ਨੂੰ ਕਦੇ ਵੀ ਯਾਦ ਨਾ ਕਰਨਾ, ਕਦੇ ਵੀ ਮੇਰੇ ਬਾਰੇ ਆਪਣੇ ਮਨ ਵਿੱਚ ਗਲਤ ਖਿਆਲ ਨਾ ਲੈ ਕੇ ਆਉਣਾ, ਕਦੇ ਵੀ ਮੇਰੀ ਸੋਚ ਨੂੰ ਦੁਨੀਆ ਦੇ ਤਰਾਜੂ ਵਿੱਚ ਨਾ ਤੋਲਣਾ। ਹੁਣ ਸਾਡਾ ਰਿਸ਼ਤਾ ਜੀਵਨ ਦੇ ਅੰਤ ਤੱਕ, ਹੁਣ ਸਾਡਾ ਰਿਸ਼ਤਾ ਜੀਵਨ ਦੇ ਅੰਤ ਨਹੀਂ ਬਲਕਿ ਮਰਨ ਤੋਂ ਬਾਅਦ ਤੱਕ ਵੀ ਰਹੇਗਾ। ਇਸ ਤਰ੍ਹਾਂ ਕਹਿ ਕੇ ਜੁੱਗੂ ਨੇ ਬੈੱਡ ਦੀ ਢੋਅ ਤੋਂ ਖਿਸਕ ਕੇ ਇਸ ਤਰ੍ਹਾਂ ਕਹਿ ਕੇ ਜੁੱਗੀ ਨੇ ਬੈੱਡ ਦੀ ਢੋਅ ਤੋਂ ਖਿਸਕ ਕੇ ਲੰਮੇ ਪੈਣਾ ਕੀਤਾ। ਜੁਗਨੀ ਨੇ ਕਿਹਾ, ਹਾਂਜੀ ਤੁਸੀਂ ਠੀਕ ਕਹਿੰਦੇ ਹੋ, ਹੁਣ ਅਸੀਂ ਜੀਵਾਂਗੇ ਵੀ ਸਾਥ-ਸਾਥ ਅਤੇ ਮਰਾਂਗੇ ਵੀ ਸਾਥ-ਸਾਥ। ਗੱਲਾਂ ਕਰਦਿਆਂ ਰਾਤ ਬਹੁਤ ਬੀਤ ਚੁੱਕੀ ਸੀ। ਦੋਵਾਂ ਨੇ ਮਿਲ ਕੇ ਸੋਹਿਲਾ ਸਾਹਿਬ ਦਾ ਪਾਠ ਕੀਤਾ ਅਤੇ ਜੁੱਗੀ ਸਿਰਹਾਣੇ ਉੱਤੇ ਸਿਰ ਰੱਖ ਕੇ ਲੰਮਾ ਪੈ ਗਿਆ ਅਤੇ ਜੁਗਨੂ ਨੇ ਆਪਣਾ ਸਿਰਹਾਣਾ ਚੁੱਕ ਕੇ ਬੈੱਡ ਤੋਂ ਥੱਲੇ ਰੱਖ ਦਿੱਤਾ। ਜੁੱਗੀ ਨੇ ਪੁੱਛਿਆ, ਤੁਸੀਂ ਸਿਰਹਾਣਾ ਨਹੀਂ ਲੈਣਾ? ਜੁਗਨੂ ਨੇ ਕਿਹਾ, ਮੇਰਾ ਸਿਰਹਾਣਾ ਤਾਂ ਤੁਹਾਡੀ ਬਾਂਹ ਹੈ, ਹੁਣ ਮੈਂ ਇਸੇ ਸਿਰਹਾਣੇ ਉੱਤੇ ਆਪਣੀ ਜਾਨ ਦੇਣੀ ਹੈ।
ਇਹ ਕਹਿ ਕੇ ਜੁਗਨੂ ਨੇ ਆਪਣਾ ਸਿਰ ਜੁੱਗੀ ਦੀ ਬਾਂਹ ਉੱਤੇ ਰੱਖ ਦਿੱਤਾ ਅਤੇ ਜੁੱਗੀ ਨੇ ਵੀ ਪਾਸਾ ਪਰਤ ਕੇ ਜੁਗਨੂ ਨੂੰ ਆਪਣੀਆਂ ਬਾਹਾਂ ਦੇ ਕਲਾਵੇ ਵਿੱਚ ਲੈ ਲਿਆ। ਜੁਗਨੂ ਦਾ ਮੂੰਹ ਜੁੱਗੀ ਦੀ ਛਾਤੀ ਨਾਲ ਜਾ ਲੱਗਿਆ, ਜਿੱਥੋਂ ਉਸ ਨੂੰ ਜਨਮਾਂ ਦੇ ਪਿਆਰ ਦਾ ਨਿੱਘ ਮਿਲ ਰਿਹਾ ਸੀ। ਪਤਾ ਨਹੀਂ ਕਦੋਂ ਦੋਵਾਂ ਦੇ ਨੈਣਾਂ ਵਿੱਚੋਂ ਪਿਆਰ ਅਤੇ ਵੈਰਾਗ ਦੀ ਧਾਰਾ ਵਗਣ ਲੱਗੀ। ਪਤਾ ਨਹੀਂ ਕਦੋਂ ਦੋਵਾਂ ਦੇ ਨੈਣਾਂ ਵਿੱਚੋਂ ਪਿਆਰ ਅਤੇ ਵੈਰਾਗ ਦੀ ਧਾਰਾ ਵਗਣੀ ਸ਼ੁਰੂ ਹੋ ਗਈ। ਦੋਵੇਂ ਇੱਕ ਦੂਜੇ ਨੂੰ ਬਿਨਾਂ ਬੋਲਿਆਂ ਹੀ ਪਿਆਰ ਨਾਲ ਪਲੋਸਦੇ ਰਹੇ ਅਤੇ ਥਪਥਪਾ ਰਹੇ ਸੀ। ਦੋਵੇਂ ਬਿਨਾਂ ਬੋਲਿਆਂ ਹੀ ਇੱਕ ਦੂਜੇ ਨੂੰ ਪਿਆਰ ਨਾਲ ਪਲੋਸ ਰਹੇ ਸੀ ਅਤੇ ਥਪਥਪਾ ਰਹੇ ਸੀ। ਜੁਗਨੂ ਨੇ ਰੋ ਰੋ ਕੇ ਜੁੱਗੀ ਦੀ ਛਾਤੀ ਗਿੱਲੀ ਕਰ ਦਿੱਤੀ ਸੀ ਅਤੇ ਜੁੱਗੂ ਦੀਆਂ ਅੱਖਾਂ ਵਿੱਚੋਂ ਵਹਿੰਦੇ ਪਾਣੀ ਨੇ ਵੀ ਉਸ ਦੀ ਦਾੜ੍ਹੀ ਅਤੇ ਸਿਰਹਾਣਾ ਗਿੱਲਾ ਕਰ ਦਿੱਤਾ ਸੀ। ਜੁੱਗੀ ਦੇ ਹੰਝੂਆਂ ਨਾਲ ਜੁਗਨੂ ਦੇ ਸਿਰ ਦੇ ਵਾਲ ਵੀ ਗਿੱਲੇ ਹੋ ਗਏ ਸਨ। ਜੁੱਗੀ ਦੇ ਹੰਝੂਆਂ ਨਾਲ ਜੁਗਨੂ ਦੇ ਸਿਰ ਦੇ ਵਾਲ ਵੀ ਗਿੱਲੇ ਹੋ ਗਏ ਸਨ। ਹੌਲੀ ਹੌਲੀ ਦੋਵਾਂ ਦੀ ਜੱਫੀ ਹੋਰ ਘੁੱਟਵੀਂ ਹੁੰਦੀ ਜਾਂਦੀ ਸੀ। ਇਸ ਤਰ੍ਹਾਂ ਪਿਆਰ ਦੀ ਦੁਨੀਆ ਦੇ ਅਹਿਸਾਸ ਵਿੱਚ ਪਤਾ ਨਹੀਂ ਦੋਵਾਂ ਨੂੰ ਕਦੋਂ ਨੀਂਦ ਆ ਗਈ। ਇਸ ਤਰ੍ਹਾਂ ਪਿਆਰ ਦੀ ਦੁਨੀਆ ਦੇ ਅਹਿਸਾਸ ਵਿੱਚ ਪਤਾ ਨਹੀਂ ਦੋਵਾਂ ਨੂੰ ਕਦੋਂ ਨੀਂਦ ਆ ਗਈ। ਸੋ ਦੋਸਤੋ, ਅੱਜ ਆਪਾਂ ਇਸ ਕਹਾਣੀ ਦਾ 7ਵਾਂ ਭਾਗ ਸੁਣਿਆ। 8ਵਾਂ ਅਤੇ ਅਖੀਰਲਾ ਭਾਗ ਅਸੀਂ ਫੇਰ ਸੁਣਾਂਗੇ।